ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਵੇਲੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। 2020 ਪੰਜਾਬੀ ਦੇ ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਹੋਰਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ ਅਤੇ ਪੰਜਾਬੀ ਟ੍ਰਿਬਿਊਨ ਉਹਨਾਂ ਦੀ ਸਾਹਿਤਕ ਘਾਲਣਾ ਅਤੇ ਉਹਨਾਂ ਦੇ ਸਾਹਿਤ ਜੀਵਨ ਨੂੰ ਸਮਰਪਿਤ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਹਰ ਪੰਜਾਬੀ ਦੇ ਹਰ ਪਿਆਰ ਕਰਨ ਵਾਲੇ ਨੂੰ ਉਹਨਾਂ ਦੀ ਸਾਹਿਤਕ ਘਾਲਣਾ 'ਤੇ ਬਹੁਤ ਮਾਣ ਹੈ ਅਤੇ ਉਹਨਾਂ ਦਾ ਨਿੱਜੀ ਜੀਵਨ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਹਨਾਂ ਦਾ ਜਨਮ 2 ਦਸੰਬਰ 1920 ਨੂੰ ਬਸੀ ਪਠਾਣਾ ਆਪਣੇ ਨਾਨਕੇ ਪਿੰਡ ਵਿੱਚ ਹੋਇਆ ਸੀ ਅਤੇ ਉਹਨਾਂ ਦਾ ਜੱਦੀ ਪਿੰਡ ਵੀ ਨਾਲ ਹੀ ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦਾ ਡਡਹੇੜੀ ਪਿੰਡ ਸੀ। ਪਰਿਵਾਰ ਵਿੱਚ ਬਹੁਤ ਗਰੀਬੀ ਸੀ ਔਰ ਬਹੁਤ ਹੀ ਦੁਸ਼ਵਾਰੀਆਂ ਭਰਿਆ ਮਾਹੌਲ ਸੀ ਔਰ ਇਸ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਦਾ ਪੜ੍ਹਨ ਲਿਖਣ ਦਾ ਬਹੁਤਾ ਸਮਾਂ ਅਤੇ ਮੌਕੇ ਨਹੀਂ ਮਿਲ ਸਕੇ ਔਰ ਨਾਲ ਦੀ ਨਾਲ ਹੀ ਪਰਿਵਾਰ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ 'ਤੇ ਆ ਪਈ, ਜਿਸ ਕਰਕੇ ਉਹਨਾਂ ਕੋਲ ਨਾ ਕੋਈ ਜ਼ਮੀਨ ਜਾਇਦਾਦ ਸੀ ਅਤੇ ਨਾ ਹੀ ਕੋਈ ਪੱਕੀ ਨੌਕਰੀ ਅਤੇ ਉੱਪਰੋਂ ਵੱਡੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਮੋਢਿਆਂ 'ਤੇ ਆ ਪਈ, ਜਿਸ ਕਰਕੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਨਾ ਕੋਈ ਬਹੁਤਾ ਮੌਕਾ ਅਤੇ ਸਮਾਂ ਮਿਲ ਸਕਿਆ। ਪਰ ਇਹ ਸਭ ਕੁਝ ਦੇ ਬਾਵਜੂਦ ਉਹ ਸਾਹਿਤ ਦੇ ਖੇਤਰ ਵਿੱਚ ਨਿੱਤਰ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਆਪਣੇ ਕਲਮ ਦੀ ਧਾਰ ਨੂੰ ਨਿਰੰਤਰ ਨਿਖਾਰਦੇ ਰਹੇ। ਉਹਨਾਂ ਕਹਾਣੀ, ਨਾਵਲ, ਸਫ਼ਰਨਾਮੇ ਅਤੇ ਕਵਿਤਾ ਦੇ ਗੱਲ ਕੀ ਹਰ ਵਿਧਾ 'ਤੇ ਆਪਣੀ ਕਲਮ ਦੀ ਧਾਰ ਵਾਹੀ ਅਤੇ ਆਪਣੀ ਪਛਾਣ ਉਸ 'ਤੇ ਬਣਾਈ। ਪਰ ਉਹਨਾਂ ਨੇ ਆਪਣੇ ਲੇਖਨ ਨੂੰ ਕਿਸੇ ਖਾਸ ਖਾਨੇ ਤੱਕ ਆਪਣੇ ਆਪ ਨੂੰ ਮਹਿਦੂਦ ਨਹੀਂ ਕੀਤਾ। ਉਹ ਦਿਨ ਅਤੇ ਯਾਦਗਾਰ ਵਰਗੇ ਉਹਨਾਂ ਦੇ ਨਾਵਲ ਉਹਨਾਂ ਦੇ ਵਸੀਹ ਅਨੁਭਵ ਦੇ ਹਾਸਲ ਮੰਨੇ ਜਾਂਦੇ ਨੇ ਅਤੇ ਕੋਈ ਇੱਕ ਸਵੇਰ ਹੋਣ ਤੱਕ, ਪੱਖੀ, ਸਾਂਝੀ ਕੰਧ, ਊਸ਼ਾ ਭੈਣ ਜੀ ਚੁੱਪ ਸਨ, ਪਾਟੀਆਂ ਹੋਈਆਂ ਜੁਰਾਬਾਂ, ਧੀਰ ਸਾਹਿਬ ਦੇ ਕਹਾਣੀ ਦੀ ਜੋ ਪੁਖਤਾ ਕਹਾਣੀ ਕਹਿਣ ਦੀ ਉਹਨਾਂ ਦੀ ਕਲਾ ਸੀ, ਉਸ ਦਾ ਪ੍ਰਤੱਖ ਪ੍ਰਮਾਣ ਹਨ। ਉਹਨਾਂ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ ਸੀ ਅਤੇ ਆਪਣੀਆਂ ਲਿਖਤਾਂ ਵਿੱਚ ਧੀਰ ਸਾਹਿਬ ਪੇਂਡੂ ਜੀਵਨ, ਸੱਭਿਆਚਾਰ, ਛੋਟੀ ਕਿਸਾਨੀ, ਮਜ਼ਦੂਰਾਂ, ਔਰਤਾਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਦੀ ਤੰਗੀਆਂ ਤੁਰਸ਼ੀਆਂ ਅਤੇ ਉਹਨਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੇ ਸਨ। ਇਹਦੇ ਨਾਲ ਹੀ ਉਹ ਚਲੰਤ ਸਿਆਸੀ ਅਤੇ ਸਮਾਜਿਕ ਘਟਨਾਵਾਂ 'ਤੇ ਗਹਿਰੀ ਨਜ਼ਰ ਰੱਖਦੇ ਸੀ ਅਤੇ ਇਹ ਛਾਪ ਉਹਨਾਂ ਦੀ ਹਰ ਲਿਖਤ ਦੇ ਵਿੱਚ ਉੱਘੜ ਕੇ ਸਾਹਮਣੇ ਆਉਂਦੀ ਰਹੀ ਹੈ। ਆਪਣੇ ਸਾਹਿਤਕ ਜੀਵਨ ਦੇ ਸ਼ੁਰੂ ਵਿੱਚ ਸੰਤੋਖ ਸਿੰਘ ਧੀਰ ਹੋਰਾਂ ਨੇ ਇੱਕ ਖੂਬਸੂਰਤ ਨਜ਼ਮ ਲਿਖੀ ਸੀ ਜੋ ਆਪ ਸਭ ਦੀ ਨਜ਼ਰ ਕਰ ਰਹੇ ਹਾਂ। ਨਿੱਕੀ ਸਲੇਟੀ ਸੜਕ ਕਿਨਾਰੇ, ਪਿੰਡ ਬਸਦਾ ਜਿੱਥੇ ਬਸਣ ਪਿਆਰੇ। ਨਿੱਕੀ ਸਲੇਟੀ ਸੜਕ ਦਾ ਟੋਟਾ, ਓਨਾ ਪਿਆਰਾ ਜਿੰਨਾ ਛੋਟਾ। ਕੰਨੀਆਂ ਉੱਤੇ ਬਿਰਛ ਖਲੋਤੇ, ਲੰਮੇ ਮਧਰੇ ਛਿਦਰੇ ਸੰਘਣੇ। ਸੀਹੋਂ ਕਿੱਕਰ ਧਰੇਕ ਫੁਲਾਈਆਂ, ਨਾਲ ਅੰਬਾਂ ਸਿਰ ਜੋੜੇ ਖੜੀਆਂ। ਸਾਗਬਾਨ ਦੇ ਕਿਤੇ ਕਿਤੇ ਹਿੱਲਣ ਮਦ ਮੱਤੇ, ਸਾਗਬਾਨ ਦੇ ਚੌੜੇ ਪੱਤੇ। ਘਣੀਆਂ ਘਣੀਆਂ ਗੂੜੀਆਂ ਛਾਵਾਂ, ਵਿਛੀਆਂ ਨੇ ਚਿਤਕਵਰੀਆਂ ਜਹੀਆਂ। ਲਗਰਾਂ ਵਿੱਚ ਜਦ ਬੁੱਲੇ ਖਹਿੰਦੇ, ਬੂਰ ਬਣਾਉਂਦੇ ਝੜ ਝੜ ਪੈਂਦੇ। ਖੇੜੇ ਦੀ ਅਲਸਾਈ ਰੁੱਤੇ, ਨਿੱਕੀ ਸਲੇਟੀ ਸੜਕ ਦੇ ਉੱਤੇ। ਨਿੱਕੀ ਸਲੇਟੀ ਸੜਕ ਕਿਨਾਰੇ, ਪਿੰਡ ਬਸਦਾ ਜਿੱਥੇ ਬਸਣ ਪਿਆਰੇ। ਪਹਿਲੀ ਵਾਰੀ ਚੇਤਰ ਦੀ ਰੁੱਤੇ, ਅਸੀਂ ਤੁਰੇ ਇਸ ਟੋਟੇ ਉੱਤੇ। ਠੁਮਕ ਠੁਮਕ ਤੁਰੀਆਂ ਤਰਕਾਲਾਂ, ਉੱਡਣ ਛੱਤੇ ਨਾਜ਼ ਬੁਗਤੇ। ਨੀਲੀ ਚੁੰਨੀ ਦੇ ਲੜ ਢਿਲਕੇ, ਬੁੱਕਲ ਵਿੱਚੋਂ ਝੜੇ ਸਿਤਾਰੇ। ਸੱਜਣਾ ਦੇ ਝੁਰਮਟ ਵਿੱਚ ਕੀਲੇ, ਲੋਰ ਲੋਰ ਵਿੱਚ ਸੁੱਤ ਅਨੀਂਦੇ। ਬਾਂਗ ਸ਼ਰਾਬੀ ਖਿੰਡ ਖਿੰਡ ਜਾਂਦੇ, ਹੱਥਾਂ ਦੇ ਨਾਲ ਹੱਥ ਛੁਹਾਉਂਦੇ। ਪਾਪਾ ਪੱਜ ਬਹਾਨੇ ਹੀਲੇ, ਨਿੱਕੀ ਸਲੇਟੀ ਸੜਕ ਦੇ ਉੱਤੇ। ਅਸੀਂ ਤੁਰੇ ਚੇਤਰ ਦੀ ਰੁੱਤੇ, ਨਿੱਕੀ ਸਲੇਟੀ ਸੜਕ ਕਿਨਾਰੇ,
ਪਿੰਡ ਬਸਦਾ ਜਿੱਥੇ ਬਸਣ ਪਿਆਰੇ। ਨਿੱਕੀ ਸਲੇਟੀ ਸੜਕ ਦੇ ਉੱਤੇ ਫੇਰ ਤੁਰੇ ਭਾਦੋਂ ਦੀ ਰੁੱਤੇ। ਪੌ ਨਣਦੀ ਨੇ ਛੇੜ ਛੇੜ ਕੇ ਸੀ ਭਾਬੋ ਪ੍ਰਭਾਤ ਜਗਾਈ। ਸਿਰ ਤੇ ਲੈ ਅੰਬਰਸੀਆ ਲੀੜਾ ਉੱਠੀ ਸਰਗੀ ਲੈ ਅੰਗੜਾਈ। ਸਿਰ ਤੇ ਰੱਖ ਚਾਨਣ ਦਾ ਭੱਤਾ ਬੰਨੇ ਬੰਨੇ ਤੁਰੀ ਸਲੇਟੀ। ਅਸੀਂ ਤੁਰੇ ਭਾਦੋਂ ਦੀ ਰੁੱਤੇ ਨਿੱਕੀ ਸਲੇਟੀ ਸੜਕ ਦੇ ਉੱਤੇ। ਇੱਕ ਸੱਜਣ ਸਾਡੇ ਸੱਜੇ ਪਾਸੇ, ਇੱਕ ਸੱਜਣ ਸਾਡੇ ਖੱਬੇ ਪਾਸੇ। ਇੱਕ ਮੁਖੜਾ ਜਿਹੜਾ ਹੱਸ ਹੱਸ ਪੈਂਦਾ, ਇੱਕ ਮੁਖੜਾ ਜਿਹਦੇ ਨਾਲ ਪ੍ਰੀਤਾਂ। ਤੁਰਦੇ ਤੋਰ ਲਟੋਰਾਂ ਵਾਲੀ ਝੱਲ ਬਲੱਲੀਆਂ ਕਰਦੇ ਗੱਲਾਂ। ਪੱਛੋਂ ਦੇ ਸਾਹ ਨਿੱਕੇ ਨਿੱਕੇ ਬਣ ਜਾਂਦੇ ਲਟਬੌਰੇ ਬੁੱਲੇ। ਹੰਸਾਂ ਵਾਂਗੂ ਫੜਕਣ ਲੀੜੇ ਨਿੱਕੀ ਸਲੇਟੀ ਸੜਕ ਦੇ ਉੱਤੇ। ਨਿੱਕੀ ਸਲੇਟੀ ਸੜਕ ਦਾ ਟੋਟਾ ਉਨਾ ਪਿਆਰਾ ਜਿੰਨਾ ਛੋਟਾ। ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਬਸਦਾ ਜਿੱਥੇ ਬਸਣ ਪਿਆਰੇ। ਨਿੱਕੀ ਸਲੇਟੀ ਸੜਕ ਦਾ ਟੋਟਾ ਜਿਸ ਦੇ ਉੱਤੇ ਗੂੜੀਆਂ ਛਾਵਾਂ, ਜਿਸ ਦੇ ਉੱਤੋਂ ਲੰਘਦੇ ਪ੍ਰੇਮੀ, ਜਿਸ ਦੇ ਦੁਆਲੇ ਗੁਟਕਣ ਪੰਛੀ। ਜਿੱਥੇ ਆਸ਼ਿਕ ਕੌਲ ਕਰਿੰਦੇ, ਜਿੱਥੇ ਪੁੱਗਣ ਅੱਖੀਆਂ ਲਾਈਆਂ। ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਬਸਦਾ ਜਿੱਥੇ ਬਸਣ ਪਿਆਰੇ। ਕਦੇ ਕਦੇ ਇਸ ਟੋਟੇ ਉੱਤੋਂ ਉਡੇ ਕਾਂ ਕੋਈ ਕੁਰਲਾਉਂਦਾ। ਕਦੇ ਕਦੇ ਕੋਈ ਇੱਲ ਮੰਡਲਾਉਂਦੀ ਮਾਰ ਮਾਰ ਲੰਮੀ ਕਿਲਕਾਰੀ। ਕਦੇ ਕਦੇ ਚਮਗਾਦੜ ਫੜ ਕੇ, ਕਦੇ ਕਦੇ ਕੋਈ ਵਿਸ਼ੇਰ ਲੰਘੇ। ਕਦੇ ਕਦੇ ਕੋਈ ਬਿਜਲੀ ਕੜਕੇ, ਕਦੇ ਕਦੇ ਕੋਈ ਬੱਦਲ ਘੋਰੇ। ਇਸ ਟੋਟੇ ਨੂੰ ਕਿੱਥੇ ਸਾਂਭਾਂ, ਇਸ ਟੋਟੇ ਨੂੰ ਕਿੱਥੇ ਲੁਕਾਵਾਂ। ਇਸ ਟੋਟੇ ਨੂੰ ਹਿੱਕ ਵਿੱਚ ਸਾਂਭਾਂ, ਇਸ ਟੋਟੇ ਨੂੰ ਦਿਲ ਵਿੱਚ ਪਾਲਾਂ। ਕਰੋ ਮਿਆਨਾ ਵਿੱਚ ਤਲਵਾਰਾਂ, ਠਾਕ ਦਿਓ ਰਫਲਾਂ ਦੇ ਕੁੰਦੇ। ਇਸ ਦੁਨੀਆ 'ਚੋਂ ਬੰਬ ਹਟਾਓ, ਇਸ ਦੁਨੀਆ 'ਚੋਂ ਬੰਬ ਹਟਾਓ। ਇਸ ਦੁਨੀਆ 'ਚੋਂ ਜ਼ਹਿਰਾਂ ਚੂਸੋ। ਇਹ ਦੁਨੀਆ ਤਾਂ ਬੜੀ ਪਿਆਰੀ, ਇਹ ਦੁਨੀਆ ਫੁੱਲਾਂ ਦੀ ਖਾਰੀ। ਇਸ ਦੁਨੀਆ ਵਿੱਚ ਦੇਸ ਸੱਜਣ ਦਾ, ਦੇਸ ਕੇ ਜਿਸ ਦੀ ਧੂੜ ਗੁਲਾਬੀ। ਦੇਸ ਕੇ ਜਿੱਥੇ ਝੁੰਡ ਅੰਬੀਆਂ ਦੇ। ਨਿੱਕੀ ਸਲੇਟੀ ਸੜਕ ਦਾ ਟੋਟਾ। ਉਸ ਦੁਨੀਆ ਵਿੱਚ ਰਤ ਵਹੇਗੀ, ਜਿਸ ਦੁਨੀਆ ਵਿੱਚ ਦੇਸ ਸੱਜਣ ਦਾ ਲਹੂਆਂ ਦੇ ਵਿੱਚ ਡੁੱਬ ਜਾਏਗਾ ਨਿੱਕੀ ਸਲੇਟੀ ਸੜਕ ਦਾ ਟੋਟਾ। ਜਦ ਤੱਕ ਸਾਡਾ ਸੀਸ ਤਲੀ ਤੇ ਇਹ ਅਣਹੋਣੀ ਹੋ ਨਹੀਂ ਸਕਦੀ, ਜਦ ਤੱਕ ਦਿਲ ਆਸ਼ਿਕ ਦਾ ਧੜਕੇ ਪਿਆਰ ਦੀ ਸੁੱਚੀ ਧਰਤੀ ਉੱਤੇ ਬੂੰਦ ਲਹੂ ਦੀ ਚੋ ਨਹੀਂ ਸਕਦੀ। ਨਿੱਕੀ ਸਲੇਟੀ ਸੜਕ ਦਾ ਟੋਟਾ ਓਨਾ ਪਿਆਰਾ ਜਿੰਨਾ ਛੋਟਾ। ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਬਸਦਾ ਜਿੱਥੇ ਬਸਣ ਪਿਆਰੇ। ਇਹ ਸੀ ਉਹਨਾਂ ਦੇ ਕਾਵ ਸੰਗ੍ਰਹਿ ਦੀ ਕਾਵ ਲੇਖਣ ਦੇ ਜਿਹੜੇ ਸ਼ੁਰੂਆਤੀ ਸਾਲਾਂ ਦੇ ਵਿੱਚ ਉਹਨਾਂ ਨੇ ਇਹ ਕਵਿਤਾ ਲਿਖੀ ਸੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਵਿਧਾਵਾਂ 'ਤੇ ਆਪਣੀ ਛਾਪ ਗਹਿਰੀ ਛੱਡੀ। ਅੱਜ ਜਦੋਂ ਪੰਜਾਬ, ਦੇਸ਼ ਅਤੇ ਬਾਕੀ ਦੁਨੀਆ ਕਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆਈ ਹੋਈ ਹੈ ਅਤੇ ਇਸ ਸੰਕਟ ਦਾ ਸਾਹਮਣਾ ਕਰ ਰਹੀ ਹੈ, ਪਰ ਅਸੀਂ ਸਾਡੀ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਵਾਲੇ ਉਹ ਕਲਮ ਦੇ ਧਨੀਆਂ ਨੂੰ ਭੁਲਾ ਨਹੀਂ ਸਕਦੇ। ਇਸ ਕਰਕੇ ਭਾਵੇਂ ਸਾਡੇ ਸਮਾਜਿਕ ਮੇਲ ਜੋਲ ਦੇ ਖੁਸ਼ੀਆਂ ਗਮੀਆਂ ਦੇ ਅਰਥ ਬਦਲ ਗਏ ਨੇ, ਪਰ ਫਿਰ ਵੀ ਅਸੀਂ ਕੋਈ ਨਾ ਕੋਈ ਹੀਲਾ ਲੱਭਾਂਗੇ ਕਿ ਸੰਤੋਖ ਸਿੰਘ ਧੀਰ ਵਰਗੇ ਜਿਨ੍ਹਾਂ ਲੇਖਕਾਂ ਨੇ ਸਾਡੀ ਜ਼ਿੰਦਗੀ ਨੂੰ ਮੁੱਲਵਾਨ ਅਰਥ ਦਿੱਤੇ ਨੇ ਔਰ ਸਾਡੀ ਝੋਲੀ ਪੰਜਾਬੀ ਮਾਂ ਬੋਲੀ ਦੀ ਭਰਪੂਰ ਕੀਤੀ ਆ, ਉਹਨਾਂ ਨੂੰ ਯਾਦ ਕਰਨ ਦਾ ਕੋਈ ਨਾ ਕੋਈ ਅਸੀਂ ਰਾਹ ਇਸ ਸਾਲ ਲੱਭਦੇ ਰਵਾਂਗੇ ਔਰ ਇਹ ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਉਹਨਾਂ ਨੂੰ ਇਹ ਯਾਦ ਕਰਨ ਦਾ ਜਿਹੜਾ ਸਬੱਬ ਹੈ ਉਹ ਇਕੱਲਾ ਇਹ ਨਹੀਂ ਕਿ ਉਹਨਾਂ ਦੀ ਨਿੱਜੀ ਕਾਲਣਾ ਦੀ ਅਸੀਂ ਗੱਲ ਕਰਨੀ ਹੈ। ਉਹ ਜਿਸ ਮਾਹੌਲ ਦੇ ਵਿੱਚ, ਜਿਸ ਸੰਘਰਸ਼ ਦੇ ਵਿੱਚ ਜ਼ਿੰਦਗੀ ਦੀਆਂ ਕਠਿਨਾਈਆਂ ਨੂੰ ਸਾਹਮਣਾ ਕਰਦੇ ਹੋਏ ਸਾਹਿਤ ਦੇ ਖੇਤਰ ਵਿੱਚ ਜਿਵੇਂ ਉਹ ਆਪਣੀ ਪਛਾਣ ਬਣਾ ਕੇ ਨਿਤਰੇ ਨੇ, ਇਹ ਸਾਡੇ
ਸਾਰੇ ਪੰਜਾਬ ਲਈ, ਸਾਡੇ ਆਮ ਲੋਕਾਂ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਇਸ ਵਿਰਾਸਤ ਨੂੰ ਜਿੰਦਾ ਰੱਖੀਏ ਔਰ ਇਸ ਵਿਰਾਸਤ ਨੂੰ ਹੋਰ ਪੁਖਤਾ ਕਰੀਏ। ਔਰ ਇਸ ਦੇ ਨਾਲ ਹੀ ਤੁਹਾਡਾ ਸਭ ਦਾ ਧੰਨਵਾਦ। ਵੇਲੇ ਦੀ ਗੱਲ ਪ੍ਰੋਗਰਾਮ ਵਿੱਚ ਕੱਲ੍ਹ ਕੋਈ ਨਵਾਂ ਵਿਸ਼ਾ ਲੈ ਕੇ ਪੰਜਾਬੀ ਟ੍ਰਿਬਿਊਨ ਦੀ ਤਰਫੋਂ ਅਸੀਂ ਫਿਰ ਹਾਜ਼ਰ ਹੋਵਾਂਗੇ। ਧੰਨਵਾਦ ਜੀ, ਸ਼ੁਕਰੀਆ।